ਹਨੂਮਾਨਗੜ੍ਹ ਸਟੇਸ਼ਨ ਦੇ ਉੱਤੇ ਸਟੇਸ਼ਨ ਮਾਸਟਰ ਨੇ ਆਣ ਕੇ ਭੱਜ ਕੇ ਮਾਤਾ ਜਿਉਣ ਕੌਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਹੱਥ ਜੋੜ ਕੇ ਚਰਨਾਂ ਦੇ ਵਿੱਚ ਬੈਠ ਕੇ ਹੀ ਅਰਜ਼ ਕੀਤੀ, ਮਾਤਾ ਜੀ ਤੁਹਾਡਾ ਧਰਮ ਕੀ ਹੈ? ਇੱਕੋ ਹੀ ਵਾਕ ਦੇ ਵਿੱਚ ਮਾਤਾ ਜੀ ਨੇ ਜਵਾਬ ਦਿੱਤਾ, ਮਾਤਾ ਜਿਉਣ ਕੌਰ ਜੀ ਨੇ, ਵੀਰਾ ਮੇਰਾ ਧਰਮ ਸੇਵਾ ਕਰਨਾ ਹੈ। ਯਾਦ ਰੱਖਿਓ, ਧਰਮ ਦਾ ਅਰਥ ਮਾਰਗ ਹੈ। ਧਰਮ ਦਾ ਅਰਥ ਕਿਸੇ ਕੱਪੜੇ ਦੇ ਨਾਲ ਨਹੀਂ, ਕਿਸੇ ਭੇਖ ਦੇ ਨਾਲ ਨਹੀਂ, ਕਿਸੇ ਤਪੱਸਿਆ ਦੇ ਨਾਲ ਨਹੀਂ, ਕਿਸੇ ਜਪ ਤਪ ਦੇ ਨਾਲ ਨਹੀਂ। ਧਰਮ ਦਾ ਸੰਬੰਧ ਮਾਰਗ ਦੇ ਨਾਲ ਹੈ, ਰਸਤੇ ਦੇ ਨਾਲ ਹੈ, ਤੁਰਨਾ ਕਿਹੜ ਪਾਸੇ ਹੈ। ਮਾਤਾ ਜੀ ਨੇ ਇੱਕੋ ਵਾਕ ਦੇ ਵਿੱਚ ਆਖਿਆ, ਵੀਰਾ ਮੇਰਾ ਧਰਮ ਸੇਵਾ ਕਰਨੀ ਹੈ। ਤੇ ਸੱਚਮੁੱਚ ਸੇਵਾ ਦੇ ਉਹ ਮਹਾਨ ਪੁੰਜ ਮਾਤਾ ਜਿਉਣ ਕੌਰ, ਜਿਨ੍ਹਾਂ ਦੇ ਜੀਵਨ ਬਾਰੇ ਮੈਂ ਥੋੜ੍ਹਾ ਜਿਹਾ ਆਪ ਜੀ ਨੂੰ ਦੱਸਣਾ ਹੈ। ਜਿਸ ਦਿਨ 1887 ਈਸਵੀ 13 ਅਪ੍ਰੈਲ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਦੋਵਾਂ ਭੈਣਾਂ ਦਾ ਅਰਦਾਸਾ ਹੋਇਆ, ਤਾਂ ਪਿਤਾ ਸੂਬਾ ਖੁਸ਼ਹਾਲ ਸਿੰਘ ਨੇ ਇੱਕੋ ਗੱਲ ਆਖੀ ਕਿ ਜਿਉਣ ਕੌਰੇ ਅੱਜ ਤੂੰ ਇਸ ਵੱਡੇ ਘਰ ਵਿੱਚ ਆ ਗਈ ਏ, ਤੇ ਯਾਦ ਰੱਖੀ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗਾ ਦੁੱਖ। ਇਹ ਗੁਰੂ ਦੇ ਨਾਲ ਇਸ ਸੰਬੰਧ ਦੇ ਵਿੱਚੋਂ ਤੂੰ ਚੱਜ ਆਚਾਰ ਸਿੱਖਣਾ ਹੈ। ਚੱਜ ਦਾ ਅਰਥ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਪੰਜਾਬੀ, ਕਿ ਅਸੀਂ ਕਹਿੰਦੇ ਹਾਂ ਚੱਜ ਨਾਲ ਕੰਮ ਕਰ, ਚੱਜ ਦਾ ਕੰਮ ਕਰਿਓ। ਇਸ ਦਾ ਮਤਲਬ ਹੈ ਚੰਗਾ, ਸੋਹਣਾ, ਵਧੀਆ। ਆਚਾਰ ਦਾ ਮਤਲਬ ਹੈ ਰਹਿਣਾ ਸਹਿਣਾ, ਖਾਣਾ ਪੀਣਾ, ਪਹਿਨਣਾ। ਇਹ ਸਾਰਾ ਕੁਝ ਆਚਾਰ ਦੇ ਵਿੱਚ ਆ ਜਾਂਦਾ ਹੈ। ਜੇ ਇੱਕ ਸ਼ਬਦ ਦੇ ਵਿੱਚ ਕਹਿਣਾ ਹੋਵੇ ਆਚਾਰ ਨੂੰ, ਤੇ ਆਚਾਰ ਦਾ ਅਰਥ ਹੈ ਸੱਭਿਆਚਾਰ। ਤੇ ਸੱਭਿਆਚਾਰ ਹਰ ਇੱਕ ਸੁਸਾਇਟੀ ਦੇ ਕੋਲ ਹੁੰਦਾ ਹੈ। ਹਰ ਇੱਕ ਮਨੁੱਖੇ ਵੱਖਰੀਆਂ ਵੱਖਰੀਆਂ ਸੱਭਿਅਤਾਵਾਂ ਜਿਹੜੀਆਂ ਨੇ ਉਹਨਾਂ ਦੇ ਕੋਲ ਆਪਣਾ ਆਪਣਾ ਸੱਭਿਆਚਾਰ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਚੱਜ ਆਚਾਰ, ਚੰਗਾ ਸੱਭਿਆਚਾਰ, ਵਧੀਆ ਸੱਭਿਆਚਾਰ। ਤੇ ਉਸ ਦਿਨ ਪਿਤਾ ਖੁਸ਼ਹਾਲ ਸਿੰਘ ਨੇ ਇਹ ਗੱਲ ਆਖੀ ਸੀ ਮਾਤਾ ਜਿਉਣ ਕੌਰ ਨੂੰ, ਤੇ ਆਪਣੀ ਦੂਸਰੀ ਪੁੱਤਰੀ, ਛੋਟੀ ਪੁੱਤਰੀ ਮਾਤਾ ਫਤਿਹ ਕੌਰ ਨੂੰ, ਕਿ ਅੱਜ ਤੁਹਾਡਾ ਸੰਬੰਧ ਗੁਰੂ ਘਰ ਦੇ ਨਾਲ ਹੋਇਆ। ਤੇ ਯਾਦ ਰੱਖਿਓ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗਾ ਦੁੱਖ। ਕਦੇ ਦੁੱਖ ਨਹੀਂ ਲੱਗੇਗਾ ਜੇ ਤੁਸੀਂ ਇੱਥੋਂ ਇਹ ਰਹਿਣਾ ਸਹਿਣਾ, ਇਹ ਸੱਭਿਆਚਾਰ ਇਹਨਾਂ ਵਾਲਾ ਸਿੱਖ ਲਵੋਗੇ। ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਘਰ ਦਾ ਸੱਭਿਆਚਾਰ ਜਿਹੜਾ ਹੈ ਬਾਹਰ ਦੇ ਸੱਭਿਆਚਾਰ ਨਾਲੋਂ ਵੱਖਰਾ ਹੁੰਦਾ ਹੈ। ਇਹ ਗੱਲ ਚੰਗੀ ਤਰ੍ਹਾਂ ਪਤਾ ਹੈ। ਖਾਣ ਪੀਣ ਦਾ, ਪਹਿਰਨ ਦਾ, ਤੁਰਨ ਦਾ, ਫਿਰਨ ਦਾ, ਇਹ ਸਾਰਾ ਲਿਆਕਤ ਜਿਹੜੀ ਹੈ, ਸਲੀਕਾ ਜਿਹੜਾ ਹੈ, ਇਹ ਬਾਹਰ ਨਾਲੋਂ ਵੱਖਰਾ ਹੁੰਦਾ ਹੈ। ਮਾਤਾ ਜਿਉਣ ਕੌਰ ਨੇ 1887 ਤੋਂ ਲੈ ਕੇ ਇੱਥੇ ਸ੍ਰੀ ਭੈਣੀ ਸਾਹਿਬ ਸੇਵਾ ਆਰੰਭੀ। ਤੇ ਉਹ ਕਰੜੇ ਦਿਨ ਸਨ। ਉਹ ਤੇ ਇਸ ਤਰ੍ਹਾਂ ਦੇ ਦਿਨ ਸਨ ਕਿ ਇਤਿਹਾਸ ਵਿੱਚ ਆਉਂਦਾ, ਮਾਤਾ ਜੀ ਸ਼ਰਦਾਈ ਲੈ ਕੇ ਤੁਰੇ ਜਾਂਦੇ ਨੇ ਗੜਵੇ ਵਿੱਚ ਪਾ ਕੇ। ਤੇ ਉਹ ਇੱਕ ਚੌਂਕੀ ਵਾਲਾ ਭੱਜ ਕੇ ਆਇਆ, ਰੋਕ ਕੇ ਆਖਣ ਲੱਗਾ, ਕੀ ਹੈ ਗੜਵੇ ਵਿੱਚ? ਆਖਿਆ ਜੀ ਸ਼ਰਦਾਈ ਹੈ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਛਕਾਉਣੀ ਹੈ ਉਹਨਾਂ ਨੂੰ। ਆਖਿਆ ਇੱਥੇ ਹੀ ਰੱਖ ਦਿਓ ਗੜਵਾ। ਉੱਥੇ ਹੀ ਰੱਖ ਦਿੱਤਾ। ਮਾਤਾ ਜੀ ਵਾਪਸ ਗਏ, ਕਹਿੰਦੇ ਮੈਂ ਮਿਸ਼ਰੀ ਆਪਣੀ ਚੁੰਨੀ ਦੇ ਨਾਲ ਬੰਨ੍ਹ ਕੇ ਲਿਆਈ। ਤੇ ਫਿਰ ਜਿਹੜਾ ਗੜਵਾ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕੋਲ ਜਲ ਵਾਲਾ ਸੀ, ਉਹਦੇ ਵਿੱਚ ਮਿਸ਼ਰੀ ਪਾ ਕੇ ਘੋਲ ਕੇ, ਤੇ ਉਹ ਫਿਰ ਜਲ ਜਿਹੜਾ ਸੀ ਸਤਿਗੁਰਾਂ ਨੂੰ ਛਕਾਇਆ। ਔਖਾ ਸਮਾਂ ਐਵੇਂ ਦਾ ਕਿ ਸਿੱਖ ਇੱਧਰੋਂ ਭੱਜਦੇ ਆ ਰਹੇ ਨੇ। ਭੱਜਦੇ ਆਉਂਦਿਆਂ ਨੂੰ ਮਾਤਾ ਜੀ ਪਹਿਲਾਂ ਹੀ ਉਹਨਾਂ ਨੂੰ ਵੇਖ ਲੈਂਦੇ ਨੇ, ਪ੍ਰਸ਼ਾਦਾ ਹੱਥ ਵਿੱਚ ਰੱਖਦੇ ਨੇ, ਆਉਂਦੇ ਸਿੱਖ ਨੂੰ ਪ੍ਰਸ਼ਾਦਾ ਫੜਾਉਂਦੇ ਨੇ, ਥਾਪੜਾ ਦਿੰਦੇ ਨੇ, ਕਹਿੰਦੇ ਨੇ ਇਸ ਪਾਸੇ ਨੂੰ ਨਿਕਲ ਜਾ, ਸਿਪਾਹੀ ਇਸ ਪਾਸੇ ਨੂੰ ਗਏ ਨੇ। ਉਹ ਕਰੜੇ ਸਮੇਂ ਦੇ ਵਿੱਚ ਘਾਲ ਮਰਦਾਂ ਵਾਲੀ ਘਾਲਣੀ ਮਾਤਾ ਜਿਉਣ ਕੌਰ ਦੇ ਹਿੱਸੇ ਆਇਆ। ਬੜਾ ਔਖਾ ਸਮਾਂ ਜਿਹੜਾ ਸੀ ਉਹ ਬਤੀਤ ਕੀਤਾ। ਫਿਰ ਇੱਥੇ ਹੀ ਨਹੀਂ, ਜਦੋਂ ਮਾਤਾ ਜਿਉਣ ਕੌਰ ਜੀ ਇਸ ਘਰ ਦੇ ਵਿੱਚ ਆਉਂਦੇ ਨੇ, ਉਦੋਂ ਇਸ ਘਰ ਦੇ ਮੁਖਤਿਆਰ, ਇਸ ਘਰ ਦੀਆਂ ਚਾਬੀਆਂ ਜਿਹੜੀਆਂ ਨੇ ਉਸ ਸਮੇਂ ਅਤਰੀ ਦੇ ਕੋਲ ਨੇ, ਅਤਰ ਕੌਰ ਦੇ ਕੋਲ ਨੇ। ਉਸ ਤੋਂ ਬਾਅਦ ਉਹ ਚਾਬੀਆਂ ਜਿਹੜੀਆਂ ਨੇ ਦਾਨ ਸਿੰਘ ਦੇ ਕੋਲ ਜਾਂਦੀਆਂ ਨੇ। ਉਸ ਤੋਂ ਬਾਅਦ ਮਾਤਾ ਗੁਰਦੇਈ ਖੰਨੇ ਵਾਲੀ ਦੇ ਕੋਲ ਜਾਂਦੀਆਂ ਨੇ। ਪਰ ਮਾਤਾ ਜਿਉਣ ਕੌਰ ਦੇ ਕੋਲ 10 ਸਾਲ, ਗੁਰੂ ਘਰ ਆਉਣ ਤੋਂ ਬਾਅਦ 10 ਸਾਲ ਉਹ ਚਾਬੀਆਂ ਨਹੀਂ ਆਈਆਂ। ਉਹਨਾਂ ਨੇ ਜੋ ਪਹਿਨਿਆ, ਜੋ ਲਿਆ, ਉਹ ਮਾਈ ਗੁਰਦੇਈ ਨੂੰ ਪੁੱਛ ਕੇ, ਦਾਨ ਸਿੰਘ ਨੂੰ ਪੁੱਛ ਕੇ, ਜਾਂ ਪਹਿਲਾਂ ਅਤਰੀ ਨੂੰ ਪੁੱਛ ਕੇ ਲਿਆ। ਘਰ ਦੇ ਮਾਲਕ ਹੁੰਦਿਆਂ ਹੋਇਆਂ ਉਹ ਵਸਤਾਂ ਉਹਨਾਂ ਨੂੰ ਪੁੱਛ ਕੇ ਲਈਆਂ, ਨਹੀਂ ਚਾਬੀਆਂ ਫੜੀਆਂ। ਇੱਥੋਂ ਤੱਕ ਇੱਕ ਵਾਰੀ ਸੁੱਧ ਸਿੰਘ ਬਗਲੀ ਕਲਾਂ ਵਾਲੇ ਨੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਪਾਤਸ਼ਾਹ ਗੁਰਦੇਈ ਜਿਹੜੀ ਹੈ ਇਹ ਸ਼ੂਮ ਬੜੀ ਹੈ, ਸਿੱਖਾਂ ਨੂੰ ਔਖ ਹੁੰਦੀ ਹੈ, ਇਹ ਪਦਾਰਥ ਬਹੁਤ ਘੱਟ ਦਿੰਦੀ ਹੈ ਜਾਂ ਦਿੰਦੀ ਨਹੀਂ, ਤੇ ਕਿਰਪਾ ਕਰੋ ਜਿਉਣ ਕੌਰ ਨੂੰ ਚਾਬੀਆਂ ਦੇਵੋ, ਇਹ ਪਦਾਰਥ ਵੰਡੇ। ਤਾਂ ਜਦੋਂ ਇਹ ਅਰਜ਼ ਹੋਈ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇਸ਼ਾਰਾ ਕੀਤਾ,
ਤੇ ਮਾਤਾ ਜਿਉਣ ਕੌਰ ਨੂੰ ਪਤਾ ਸੀ, ਮਾਤਾ ਹੈ, ਮਾਤਾ ਨੂੰ ਪਤਾ ਹੈ ਜੇ ਮੈਂ ਗੁਰਦੇਈ ਕੋਲੋਂ ਚਾਬੀਆਂ ਮੰਗਾਂਗੀ ਤੇ ਉਹਦਾ ਮਨ ਔਖਾ ਹੋਣਾ ਹੈ। ਇਸ ਕਰਕੇ ਮਾਤਾ ਜੀ ਨੇ ਉਸ ਤੋਂ ਚਾਬੀਆਂ ਮੰਗੀਆਂ ਹੀ ਨਾ। ਪਰ ਥੋੜੇ ਦਿਨਾਂ ਬਾਅਦ ਇੱਕ ਘਟਨਾ ਹੋਰ ਵਾਪਰ ਗਈ। ਸੱਚੇ ਪਾਤਸ਼ਾਹ ਨੂੰ ਕਿਸੇ ਚੀਜ਼ ਦੀ ਲੋੜ ਸੀ। ਸਤਿਗੁਰੂ ਜੀ ਨੇ ਮਾਤਾ ਜੀ ਨੂੰ ਆਵਾਜ਼ ਮਾਰੀ, ਆਖਿਆ ਜਿਉਣ ਕੌਰੇ ਉਹ ਫੜਾਕ ਗਹਿਣੇ ਸਨ, ਉਹ ਫੜਾਉਣ ਵਾਸਤੇ ਆਖਿਆ, ਕੋਈ ਆਇਆ ਮੰਗਣ ਵਾਸਤੇ ਉਹਨੂੰ ਦੇਣੇ ਸਨ। ਆਖਿਆ ਉਹ ਗਹਿਣੇ ਕੱਢ ਕੇ ਲਿਆ। ਉਹਨਾਂ ਆਖਿਆ ਜੀ ਉਹ ਚਾਬੀਆਂ ਤਾਂ ਗੁਰਦੇਈ ਲੈ ਗਈ, ਉਹ ਖੰਨੇ ਗਈ ਹੋਈ ਸੀ, ਨਾਲ ਆਪਣੇ ਚਾਬੀਆਂ ਵੀ ਲੈ ਗਈ। ਤੇ ਆਖਿਆ ਜੀ ਉਹ ਚਾਬੀਆਂ ਤਾਂ ਗੁਰਦੇਈ ਲੈ ਗਈ ਹੈ। ਤੇ ਆਖਣ ਲੱਗੇ ਤੇ ਮੈਂ ਆਖਿਆ ਸੀ ਤੁਸੀਂ ਸਾਂਭਿਓ। ਉਹ ਜੀ ਉਹਨੇ ਤੇ ਮੈਨੂੰ ਫੜਾਉਂਦੀ ਸੀ, ਪਰ ਮੈਂ ਹੀ ਆਖ ਦਿੱਤਾ ਚਲੋ ਤੁਸੀਂ ਫੜੀਆਂ ਨੇ, ਤੁਸੀਂ ਹੀ ਰੱਖੋ। ਇਸ ਤਰ੍ਹਾਂ ਦਾ ਸੁਭਾਅ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ, ਉਹ ਕਹਿੰਦੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਨ, ਮੇਰੀ ਮਾਂ, ਮੈਂ ਉਸ ਮਾਂ ਦਾ ਪੁੱਤਰ ਹਾਂ ਜਿਹਦੇ ਮੰਜੇ ਥੱਲੇ ਵੀ ਕੋਈ ਗਲਤ ਕੰਮ ਹੋ ਜਾਂਦਾ ਸੀ ਨਾ, ਉਹ ਪਰਦਾ ਪਾ ਦਿੰਦੀ ਸੀ। ਮਾਤਾ ਜਿਉਣ ਕੌਰ ਨੇ ਪਰਦਾ ਪਾਇਆ। ਆਖਿਆ ਨਹੀਂ ਮੈਨੂੰ ਫੜਾਉਂਦੀ ਸੀ, ਮੈਂ ਉਹ ਤਾਂ ਆਪ ਹੀ ਨਹੀਂ ਫੜੀਆਂ। ਫਿਰ ਸੁੱਧ ਸਿੰਘ ਬਗਲੀ ਵਾਲੇ ਨੇ ਦੁਬਾਰਾ ਅਰਜ਼ ਕੀਤੀ, ਨਹੀਂ ਜੀ ਚਾਬੀਆਂ ਜਿਹੜੀਆਂ ਨੇ ਮਾਤਾ ਜਿਉਣ ਕੌਰ ਕੋਲ ਹੋਣੀਆਂ ਚਾਹੀਦੀਆਂ। ਮਾਤਾ ਜਿਉਣ ਕੌਰ ਨੇ ਫਿਰ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਚਾਬੀਆਂ ਫੜ ਕੇ ਜਿਹੜੀ ਹੈ ਉਹ ਸਾਰਾ ਕੁਝ ਹੋ ਸਕਦਾ। ਸਮਾਂ ਬੀਤਿਆ, ਗੁਰਦੇਈ ਆਪ ਨਾਭੇ ਜਾਣ ਲੱਗੀ, ਚਾਬੀਆਂ ਫੜਾ ਗਈ ਤੇ ਸੁੱਧ ਸਿੰਘ ਆਖਣ ਲੱਗਾ ਜੀ ਹੁਣ ਚਾਬੀਆਂ ਜਿਹੜੀਆਂ ਇਹਨਾਂ ਦੇ ਕੋਲ ਹੀ ਹੋਣੀਆਂ ਚਾਹੀਦੀਆਂ। ਉਧਰੋਂ ਅਕਾਲ ਪੈ ਗਿਆ, ਇਧਰੋਂ ਮਾਤਾ ਜੀ ਕੋਲੋਂ ਇਹ ਸਾਰੀਆਂ ਚਾਬੀਆਂ, ਇਹ ਕਾਰ ਮੁਖਤਾਰੀ ਆਉਂਦੀ ਹੈ, ਉਧਰੋਂ ਅਕਾਲ ਪੈ ਜਾਂਦਾ। ਤੇ ਉਸ ਅਕਾਲ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਬਾਗੜ ਦੇ ਲੋਕ ਉੱਜੜ ਕੇ ਆਉਣੇ ਸ਼ੁਰੂ ਹੋਏ। ਇੱਕ ਤਾਰ ਲੁਧਿਆਣੇ ਆਉਂਦੀ ਹੈ ਹਿਸਾਰ ਦੇ ਡੀਸੀ ਦੀ। ਉਸ ਤਾਰ ਵਿੱਚ ਇਹ ਆਖਿਆ ਜਾਂਦਾ ਕਿ ਭੈਣੀ ਸਾਹਿਬ ਪਿੰਡ ਹੈ ਕੋਈ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਤੇ ਉਹਨਾਂ ਨੂੰ ਆਖੋ ਕਿ ਆਪਣੇ ਹੱਥ ਘੁੱਟ ਕੇ ਵਰਤਣ। ਹਜ਼ਾਰਾਂ ਲੋਕ ਨੇ ਇੱਥੇ ਜਿਨ੍ਹਾਂ ਨੂੰ ਇੰਨਾ ਪਤਾ ਹੈ ਕਿ ਭੈਣੀ ਸਾਹਿਬੋਂ ਪ੍ਰਸ਼ਾਦਾ ਮਿਲਦਾ ਤੇ ਉਹ ਤੁਰੇ ਆ ਰਹੇ ਨੇ, ਇਸ ਕਰਕੇ ਹੱਥ ਘੁੱਟ ਕੇ ਵਰਤਣ। ਪਰ ਮਾਤਾ ਜਿਉਣ ਕੌਰ ਸੀ, ਇਸ ਤਰ੍ਹਾਂ ਦੇ ਮਾਤਾ ਸਨ ਮਾਤਾ ਜਿਉਣ ਕੌਰ ਜੀ। ਇੱਕ ਥਾਂ ਤੇ ਮੰਤ ਕੌਲਾ ਸਿੰਘ ਜੀ ਮੌਲੀ ਤੋਂ ਸਨ, ਬੈਜਨਾਥ ਅੱਜ ਕੱਲ੍ਹ ਜ਼ਿਲ੍ਹਾ ਜਿਹੜਾ ਹੈ ਉਹ ਸ਼ਹੀਦ ਅਜੀਤ ਸਿੰਘ ਨਗਰ ਮੋਹਾਲੀ ਬਣ ਗਿਆ, ਪਹਿਲਾਂ ਉਹ ਅੰਬਾਲੇ ਦੇ ਵਿੱਚ ਸੀ ਉਸ ਸਮੇਂ। ਤਾਂ ਉੱਥੇ ਉਹਨਾਂ ਨੇ ਆਪਣੇ ਪਿੰਡ ਵਿੱਚ ਜਾ ਕੇ ਇਹ ਗੱਲ ਆਖੀ, ਮਾਤਾ ਜਿਉਣ ਕੌਰ ਐਸੀ ਮਾਤਾ ਹੈ ਜਿਹਨੂੰ ਇੱਕ ਵਾਰੀ ਦੇ ਦੇ ਉਹਦਾ ਮੂੰਹ ਨਹੀਂ ਫਿਰ ਉਹ ਕਰਦਾ ਉਸ ਪਦਾਰਥ ਵੱਲ। ਜਿਹੜਾ ਪਦਾਰਥ ਜਿਹਦੀ ਝੋਲੀ ਦੇ ਵਿੱਚ ਇੰਨਾ ਰਜਵਾਂ ਪਾ ਦਿੰਦੀ ਹੈ, ਧੱਕ ਕੇ ਪਾ ਦਿੰਦੀ ਹੈ ਕਿ ਉਹ ਦੁਬਾਰਾ ਉਸ ਪਦਾਰਥ ਵੱਲ ਮੂੰਹ ਨਹੀਂ ਕਰਦਾ। ਉਸ ਪਿੰਡ ਦਾ ਰਹਿਣ ਵਾਲਾ ਕੋਈ ਜੈਲਦਾਰ, ਉਹਨੇ ਸੋਚਿਆ ਮੈਂ ਅਜਮਾ ਕੇ ਵੇਖਾਂ। ਉਹ ਭੈਣੀ ਸਾਹਿਬ ਆ ਗਿਆ, ਆਣ ਕੇ ਆਂਦਾ ਮਾਤਾ ਜੀ ਮੈਂ ਗਰੀਬ ਬੰਦਾ, ਮੇਰੇ ਬੱਚੇ ਵੀ ਭੁੱਖੇ ਮਰਦੇ ਪਏ ਨੇ। ਮਾਤਾ ਜੀ ਨੇ ਵਾਹਵਾ ਪਦਾਰਥ ਉਹਦੀ ਝੋਲੀ ਵਿੱਚ ਪਾਤਾ, ਲੈ ਕੇ ਬਾਹਰ ਜਾ ਕੇ ਰੱਖ ਕੇ ਫਿਰ ਆ ਗਿਆ, ਮਾਤਾ ਜੀ ਮੈਨੂੰ ਫੇਰ ਦਿਓ, ਹਜੇ ਵੀ ਮੇਰਾ ਸਰਿਆ ਨਹੀਂ। ਮਾਤਾ ਜੀ ਨੇ ਦੁਬਾਰਾ ਦੇ ਦਿੱਤਾ। 3 ਵਾਰੀ ਪਦਾਰਥ ਲੈ ਕੇ ਗਿਆ। ਚੌਥੀ ਵਾਰੀ ਆਣ ਕੇ ਆਖਣ ਲੱਗਾ ਮੈਂ ਜੋ ਸੁਣਿਆ ਸੀ ਨਾ ਮਾਤਾ ਜੀ, ਉਹ ਗੱਲ ਸੱਚ ਨਿਕਲੀ। ਤੁਸੀਂ ਸੱਚਮੁੱਚ ਹੀ ਏਡੇ ਵੱਡੇ ਦਾਨੀ ਹੋ, ਅਸੀਂ ਲੈਂਦੇ ਲੈਂਦੇ ਥੱਕ ਜਾਵਾਂਗੇ, ਤੁਸੀਂ ਦਿੰਦਿਆਂ ਨਹੀਂ ਥੱਕਣਾ। ਮਾਤਾ ਜਿਉਣ ਕੌਰ ਜੀਵਨ ਵਿੱਚ ਰਹਿੰਦਿਆਂ ਅਨੇਕਾਂ ਅਸੀਂ ਵੇਖਦੇ ਹਾਂ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ। ਇਸ ਘਰ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹਾਦਸੇ ਹੋਏ, ਆਪਾਂ ਉਹਨਾਂ ਨੂੰ ਬਾਰੇ ਵੀ ਵਿਚਾਰ ਸਕਦੇ ਹਾਂ। 1881 ਬਿਕਰਮੀ ਦੇ ਵਿੱਚ ਮਾਤਾ ਭੁਪਿੰਦਰ ਕੌਰ ਜੀ ਗੁਰਪੁਰੀ ਪਿਆਨਾ ਕਰ ਜਾਂਦੇ ਨੇ। ਇਹ ਬੜੀ ਵੱਡੀ ਸੱਟ ਹੈ ਸੰਸਾਰਿਕ ਪੱਧਰ ਤੇ। ਅਸੀਂ ਵੇਖੀਏ 2 ਛੋਟੇ ਛੋਟੇ ਬੱਚੇ ਨੇ ਤੇ ਮਾਤਾ ਭੁਪਿੰਦਰ ਕੌਰ ਜੀ ਪਿਆਨਾ ਕਰ ਜਾਂਦੇ ਨੇ। ਉਸ ਤੋਂ ਬਾਅਦ 86 ਦੇ ਵਿੱਚ ਜਵਾਨ ਉਮਰ ਵਿੱਚ ਮਹਾਰਾਜ ਗੁਰਦਿਆਲ ਸਿੰਘ ਜੀ ਚੜ੍ਹਾਈ ਕਰ ਜਾਂਦੇ ਨੇ। ਉਸ ਤੋਂ ਬਾਅਦ 99 ਦੇ ਵਿੱਚ ਮਹਾਰਾਜ ਗੁਰਦਿਆਲ ਸਿੰਘ ਦੇ ਘਰੋਂ ਮਾਤਾ ਕਰਤਾਰ ਕੌਰ ਜਿਹੜੀ ਹੈ ਉਹ ਚੜ੍ਹਾਈ ਕਰ। ਪਰ ਮਾਤਾ ਜਿਉਣ ਕੌਰ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸ਼ਿਕਸ ਵੇਖੀ ਨਹੀਂ ਗਈ। ਇਤਿਹਾਸਕਾਰਾਂ ਨੇ ਜਿੰਨਾ ਲਿਖਿਆ, ਕਿਉਂਕਿ ਬਹੁਤਾ ਇਤਿਹਾਸ ਸਾਡਾ ਜਸ ਜੀਵਨ ਜਿਹੜਾ ਰੋਜ਼ ਪੜ੍ਹਿਆ ਜਾਂਦਾ, ਉਹਦੇ ਵਿੱਚੋਂ ਬਹੁਤੀਆਂ ਸਾਖੀਆਂ ਉਹ ਨੇ ਜਿਹੜੀਆਂ ਮਾਤਾ ਜਿਉਣ ਕੌਰ ਨੇ ਆਪ ਵਹਿਮੀ ਜੀ ਨੂੰ ਦੱਸੀਆਂ ਨੇ। ਤੇ ਉਹ ਬਾਰ-ਬਾਰ ਲਿਖਦੇ ਨੇ, ਮੈਂ ਬਾਰ-ਬਾਰ ਪੁੱਛਣਾ ਤੇ ਮਾਤਾ ਜੀ ਨੇ ਆਖਣਾ ਵਹਿਮੀਆਂ ਤੂੰ ਵਹਿਮ ਕਰਦਾ ਹੈ। ਤੇ ਉਹਨਾਂ ਨੇ ਬਾਰ-ਬਾਰ ਉਹ ਸਾਖੀਆਂ, ਇੰਨੀ ਜ਼ਿਆਦਾ ਸੀ ਕਿ ਉਹਨਾਂ ਬਾਰ-ਬਾਰ ਉਹ ਸਾਖੀਆਂ ਦੁਹਰਾਉਣੀਆਂ, ਬਾਰ-ਬਾਰ ਉਹ ਸਾਖੀਆਂ ਗੁਰੂ ਘਰ ਦੇ ਸਿੱਖਾਂ ਦੀਆਂ ਦੱਸਣੀਆਂ। ਤੇ ਮੈਂ ਜਿਹੜੀ ਗੱਲ ਇਹ ਕਰਦਾ ਪਿਆ ਸਾਂ ਕਿ ਸੇਵਾ ਹੀ ਜੀਵਨ ਆਪਣਾ ਬਣਾ ਲਿਆ, ਸੇਵਾ ਹੀ। ਜਦੋਂ 1929 ਦਾ ਕਾਂਗਰਸ ਦਾ ਸੈਸ਼ਨ ਪੰਜਾਬ ਦੇ ਵਿੱਚ ਹੁੰਦਾ, ਇਹ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਹੋਇਆ। ਉੱਥੋਂ ਦੇ ਕ੍ਰਾਂਤੀਕਾਰੀ ਜਿਸ ਸਟੇਟ ਦਾ ਹੁੰਦਾ ਸੀ, ਉਸ ਸਟੇਟ ਦੇ ਉਹ ਕ੍ਰਾਂਤੀਕਾਰੀ ਲੋਕ ਜਿਹੜੇ ਆਜ਼ਾਦੀ ਚਾਹੁੰਦੇ ਸਨ, ਕਾਂਗਰਸ ਦੇ ਉਸ ਸੈਸ਼ਨ ਦੇ ਵਿੱਚ ਆਉਂਦੇ ਸਨ, ਮਤੇ ਪਾਸ ਹੁੰਦੇ ਸਨ। ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰਾਂ ਦੇ ਮਤੇ ਪਾਸ ਹੁੰਦੇ ਸਨ, ਆਜ਼ਾਦੀ ਬਾਰੇ ਮਤੇ ਪਾਸ ਹੁੰਦੇ ਸਨ। 29 ਦੇ ਵਿੱਚ ਰਾਵੀ ਦੇ ਕੰਢੇ ਲਾਹੌਰ ਹੋਣਾ ਸੀ। ਲਾਹੌਰ ਹੋਣ ਤੋਂ ਪਹਿਲਾਂ ਸਾਡੇ ਪੰਜਾਬੀ ਕਈ ਵਾਰ ਇਹ ਬਹੁਤ ਵੱਡੀਆਂ ਗਲਤੀਆਂ, ਇਤਿਹਾਸ ਸਦਾ ਤੋਂ ਚੱਲਦਾ ਆ ਰਿਹਾ, ਇਹ ਕਰਦੇ ਨੇ
ਕਿ ਇਹ ਭਾਵਕ ਬੜੀ ਛੇਤੀ ਹੁੰਦੇ ਨੇ। ਇਹਨਾਂ ਨੇ ਭਾਵਕ ਹੋ ਕੇ ਬੇਤਾਜ ਬਾਦਸ਼ਾਹ ਕਹੇ ਜਾਣ ਵਾਲੇ ਉਸ ਸਮੇਂ ਸਿੱਖਾਂ ਦੇ ਖੜਕ ਸਿੰਘ ਨੇ, ਉਹਨੇ ਆਖਿਆ, ਸ਼੍ਰੀਮਾਨ ਖੜਕ ਸਿੰਘ ਨੇ ਇਹ ਆਖਿਆ ਕਿ ਜਿਹੜਾ ਉਸ ਸੈਸ਼ਨ ਦੇ ਵਿੱਚ ਜਾਵੇਗਾ ਉਹ ਸਿੱਖ ਨਹੀਂ। ਇਹ ਗੱਲ ਕਹਿ ਦਿੱਤੀ, ਜਿਹੜਾ ਉਸ ਸੈਸ਼ਨ ਦੇ ਵਿੱਚ ਜਾਏਗਾ। ਹੁਣ ਬਾਹਰ ਦੇ ਕ੍ਰਾਂਤੀਕਾਰੀ ਲੋਕ ਪੰਜਾਬ ਦੇ ਵਿੱਚ ਆ ਰਹੇ ਨੇ, ਜੇ ਪੰਜਾਬ ਦਾ ਬੰਦਾ ਉੱਥੇ ਕੋਈ ਨਹੀਂ ਜਾ ਰਿਹਾ ਤੇ ਕਿਸ ਤਰ੍ਹਾਂ ਦੀ ਇਮੇਜ ਜਿਹੜੀ ਸੀ ਉਸ ਸਮੇਂ ਪੰਜਾਬ ਦੀ ਬੰਨੀ ਸੀ। ਤੇ ਇਹ ਗੱਲ ਜਿਹੜੀ ਹੈ ਉਹ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਾਲੇ, ਗਿਆਨੀ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਾਲੇ ਉਹ ਲਿਖਦੇ ਨੇ। ਉਹ ਕਹਿੰਦੇ ਜਦੋਂ ਇਹ ਗੱਲ ਦਾ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਗੱਲ ਹੋਈ ਕਿ ਉਹ ਸਿੱਖ ਨਹੀਂ, ਤੇ ਅਸੀਂ ਉਹ ਜਿਹੜੇ ਸਿੱਖ ਘਰਾਂ 'ਚੋਂ ਤੁਰ ਕੇ ਆਏ ਸਨ ਪਰ ਉਸ ਸੈਸ਼ਨ ਦੇ ਵਿੱਚ ਨਹੀਂ ਸੁਣਾਉਂਦੇ, ਉਹਨਾਂ ਦੇ ਕੋਲ ਪਹੁੰਚੇ, ਉਹਨਾਂ ਨੂੰ ਜਾ ਕੇ ਆਖਿਆ ਉਹ ਸਿੱਖ ਨਹੀਂ ਸਗੋਂ ਜਿਹੜਾ ਨਹੀਂ ਆਵੇਗਾ, ਉਹ ਸਿੱਖ ਹੈ ਜਿਹੜਾ ਉਸ ਦੇ ਵਿੱਚ ਆਵੇ, ਆਪਣੀ ਸ਼ਿਰਕਤ ਕਰੇ, ਆਪਣੇ ਮਤੇ ਪਾਸ ਕਰੇ, ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹ ਲੋਕ ਸਾਡੇ ਤੱਕ ਚੱਲ ਕੇ ਆਏ ਨੇ, ਸਾਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ। ਪਰ ਕਹਿੰਦਾ ਦੂਜੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਸੀ, ਜੇ ਲੱਖ ਬੰਦਾ ਅਸੀਂ ਇਹ ਤਿਆਰ ਕਰਕੇ ਸਿੱਖਾਂ ਦਾ ਉਸ ਸੈਸ਼ਨ ਦੇ ਵਿੱਚ ਲਿਆਉਂਦੇ ਸਾਂ ਤੇ ਉਹਨਾਂ ਨੂੰ ਲੰਗਰ ਪਾਣੀ ਕਿੰਨੇ ਛਕਾਉਣਾ ਸੀ। ਇਹ ਸਮੱਸਿਆ ਉਦੋਂ ਦੂਰ ਹੋਈ ਜਦੋਂ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਿਆ। ਗੁਰਦਿੱਤ ਸਿੰਘ ਜੀ ਹੁਰੀ ਲਿਖਦੇ ਨੇ, ਉਹ ਕਹਿੰਦੇ ਨੇ ਮੈਂ ਉਹਨਾਂ ਨੂੰ ਆਖਿਆ ਜੀ ਰਸਤ ਪਾਣੀ ਦਾ ਇੰਤਜ਼ਾਮ ਅਸੀਂ ਕਰ ਦਿੰਦੇ ਹਾਂ ਤੇ ਪਕਾਉਣ ਦਾ ਖਵਾਉਣ ਦਾ ਇੰਤਜ਼ਾਮ ਤੁਸੀਂ ਕਰ ਦੇਵੋ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਹੀਂ, ਤੁਹਾਨੂੰ ਕਿਸੇ ਚੀਜ਼ ਦਾ ਇੰਤਜ਼ਾਮ ਕਰਨ ਦੀ ਲੋੜ ਨਹੀਂ, ਰਸਤ ਵੀ ਸਾਡੀ, ਖਵਾਉਣਾ ਪਿਆਣਾ ਵੀ ਅਸੀਂ, ਤੁਸੀਂ ਸਾਰੇ ਸਿੱਖ ਜਿੰਨੇ ਹੋ ਸਕਦੇ ਨੇ ਤੁਸੀਂ ਲੈ ਕੇ ਆਵੋ। ਉਹ ਸਾਰਾ ਪ੍ਰਬੰਧ ਜਿਹੜਾ ਸੀ ਉਹ ਮਾਤਾ ਜਿਉਣ ਕੌਰ ਜੀ ਨੇ ਕੀਤਾ ਹੋਇਆ ਸੀ। ਉਹ ਲੱਖਾਂ ਦੇ ਹਿਸਾਬ ਨਾਲ ਉਸ ਸੈਸ਼ਨ ਦੇ ਵਿੱਚ ਦੁਨੀਆ ਆਈ ਜਿਨ੍ਹਾਂ ਨੇ ਮਾਤਾ ਜੀ ਦੇ ਕੋਲੋਂ ਪ੍ਰਸ਼ਾਦਾ ਛਕਿਆ। ਭੈਣੀ ਸਾਹਿਬ ਆਉਣ ਵਾਲਾ ਉਸ ਸਮੇਂ ਦੇ ਜਿੰਨੇ ਵੀ ਇਤਿਹਾਸ ਦੇ ਵਿੱਚ ਜਿੰਨੇ ਪਾਤਰ ਆਉਂਦੇ ਨੇ, ਜਿਹੜੇ ਭੈਣੀ ਸਾਹਿਬ ਆਏ ਜਿਨ੍ਹਾਂ ਨੇ ਮਾਤਾ ਜੀ ਦੇ ਹੱਥ ਤੋਂ ਛਕਿਆ, ਉਹ ਲੋਕ ਬਾਹਰ ਜਾ ਕੇ ਇਹ ਗੱਲ ਆਮ ਪ੍ਰਚਲਿਤ ਸੀ ਕਿ ਮਾਤਾ ਜਿਉਣ ਕੌਰ ਜੀ ਜਿਸ ਤਰ੍ਹਾਂ ਦਿੰਦੇ ਨੇ ਇਸ ਤਰ੍ਹਾਂ ਕੋਈ ਵੀ ਵੱਡੇ ਤੋਂ ਵੱਡਾ ਮਨੁੱਖ ਜਿਹੜਾ ਹੈ ਉਹ ਦੇ ਨਹੀਂ ਸਕਦਾ। ਇਹ ਲੰਗਰ ਦੀ ਸੇਵਾ ਤੇ ਸੇਵਾ ਨੂੰ ਧਰਮ ਆਪਣਾ ਜਿਹੜਾ ਮਾਤਾ ਜੀ ਨੇ ਜਾਣਿਆ, ਇਸ ਤੋਂ ਵੱਡੀ ਸੇਵਾ ਜਿਹੜੀ ਹੈ, ਇਸ ਤੋਂ ਵੱਡੀ ਮਿਸਾਲ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਹੋਰ ਕਿਤੇ ਵੀ ਨਹੀਂ ਹੋ ਸਕਦੀ। ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾ ਚੱਕਾਂ। ਸਤਿ ਸ੍ਰੀ ਅਕਾਲ।